ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਹੇ ਪ੍ਰਾਨਨਾਥ ਗੋਬਿੰਦੈ ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਣੈ ਕਰੁਣਾ ਮੈਂ ਸਭ ਦੁਖ ਹਰੋ। ਹੇ ਸ਼ਰਨ ਜੋਗ ਦਿਆਲੈ ਦੀਨਾਨਾਥ ਮਇਆ ਕਰੋ। ਸਰੀਰ ਸਵਸਤ ਖੀਨ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਸਤਿਨਾਮ ਵਾਹਿਗੁਰੂ ਜੀ। ਸਚੈ ਸੰਜਮ ਗਇਓ ਮੂੜੇ ਏਕ ਦਾਨ ਤੁਧ ਕੁਥਾਇ ਲਿਆ। ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਧਾਨ ਖਾਧੈ ਤੇਰਾ ਜਨਮ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਧੰਨ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਿਹਰਾਂ ਦੇ ਦਾਤੇ ਬਖਸ਼ਿਸ਼ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਇਸ ਪਾਵਨ ਅਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਤਹਿਤ ਰਾਗ ਆਸਾ ਦੇ ਵਿੱਚ ਪੱਟੀ ਦੇ ਸਿਰਲੇਖ ਹੇਠਾਂ ਉਚਾਰਨ ਕੀਤੀ ਹੋਈ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ, ਜੋ 434 ਅੰਗ ਤੋਂ ਆਰੰਭ ਹੋ ਕੇ 435 ਅੰਗ 'ਤੇ ਸੰਪੂਰਨ ਹੁੰਦੀ ਹੈ। ਇਸ ਪਾਵਨ ਬਾਣੀ ਦੀਆਂ 18 ਪੌੜੀਆਂ, ਜਿਹਦੇ ਵਿੱਚੋਂ ਆਪ ਜੀ ਨੇ 5 ਪੌੜੀਆਂ ਦੀ ਪਹਿਲਾਂ ਕਥਾ ਸਰਵਣ ਕਰ ਚੁੱਕੇ ਹੋ। ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਸੈ ਸੰਜਮ ਗਇਓ ਮੂੜੇ ਏਕ ਦਾਨ ਤੁਧ ਕੁਥਾਇ ਲਿਆ। ਸੱਸੇ ਅੱਖਰ ਦੁਆਰਾ ਮਹਾਰਾਜ ਇੱਥੇ ਫਰਮਾਨ ਕਰਦੇ ਨੇ ਕਿ ਜਿਹੜਾ ਪੁਰੋਹਿਤ ਸੀ, ਪੰਡਤ ਸੀ, ਪਾਤਸ਼ਾਹ ਕਹਿੰਦੇ ਇੰਨਾ ਜ਼ਿਆਦਾ ਉਹਦੇ ਜੀਵਨ ਦੇ ਵਿੱਚ ਨਿਘਾਰ ਆ ਗਿਆ, ਇੰਨਾ ਜ਼ਿਆਦਾ ਨੀਵਾਂ ਜੀਵਨ ਚਲਾ ਗਿਆ ਕਿ ਜਿਸ ਆਪਣੇ ਜਜਮਾਨ ਦੇ ਕੋਲੋਂ ਦਾਨ ਦਕਸ਼ਨਾ ਲੈਂਦਾ ਸੀ ਦਿਨ ਦਿਹਾੜ ਹਰ ਸਮੇਂ, ਜਦੋਂ ਕਿਤੇ ਉਹਦੀ ਬੇਟੀ ਦਾ ਵਿਆਹ ਆਇਆ ਤੇ ਉਦੋਂ ਵੀ ਇਹ ਪੰਡਤ ਆਪਣੀ ਦਾਨ ਦਕਸ਼ਨਾ 'ਤੇ ਅੜ ਗਿਆ। ਤੇ ਪਾਤਸ਼ਾਹ ਜੀ ਕਹਿੰਦੇ ਚਾਹੀਦਾ ਤਾਂ ਇਹ ਸੀ ਕਿ ਇਹ ਜਿਹੜਾ ਪੁਜਾਰੀ ਹੈ, ਜਦੋਂ ਜਜਮਾਨ ਦੀ ਧੀ ਦਾ ਬੇਟੀ ਦਾ ਵਿਆਹ ਸੀ, ਉਦੋਂ ਇਹਨੂੰ ਚਾਹੀਦਾ ਸੀ ਸੰਜਮ ਦੇ ਵਿੱਚ ਰਹਿੰਦਾ। ਜੋ ਕੁਝ ਮਿਲ ਜਾਵੇ ਠੀਕ ਹੈ, ਪਰ ਇਹ ਅੜ ਗਿਆ।
ਤੇ ਪਾਤਸ਼ਾਹ ਜੀ ਕਹਿੰਦੇ ਇਹਨੇ ਆਪਣਾ ਸੰਜਮ ਗਵਾ ਲਿਆ। ਇਸ ਤਰ੍ਹਾਂ ਇਸ ਵਿਧੀ ਨਾਲ ਲਿਆ ਹੋਇਆ ਧਨ ਪਾਤਸ਼ਾਹ ਜੀ ਕਹਿੰਦੇ ਇਹਦਾ ਜਨਮ ਬਿਰਥਾ ਚਲਾ ਗਿਆ। ਪੁਜਾਰੀ ਨੂੰ ਧਨ ਦੀ ਲੋੜ ਹੈ, ਪਰ ਜਿੱਥੇ ਪੁਜਾਰੀ ਅੜ ਜਾਵੇ ਕਿ ਇੰਨਾ ਹੀ ਧਨ ਚਾਹੀਦਾ ਹੈ ਮੈਨੂੰ ਪਾਠ ਪੂਜਾ ਕਰਨ ਵਾਸਤੇ, ਫਿਰ ਉਹ ਧਨ ਪਾਤਸ਼ਾਹ ਕਹਿੰਦੇ ਇਹਦੇ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ। ਉਹ ਧਨ ਇਹਦੇ ਆਤਮਿਕ ਜੀਵਨ ਨੂੰ ਖਤਮ ਕਰ ਦਿੰਦਾ ਹੈ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਸੇ ਅੱਖਰ ਦੁਆਰਾ ਸੰਜਮ ਚਾਹੀਦਾ ਹੈ। ਜੀਵਨ ਦੇ ਵਿੱਚ ਜੇ ਸੰਜਮ ਨਹੀਂ ਹੈ ਤਾਂ ਫਿਰ ਇਹ ਜੀਵ ਧਾਰਮਿਕ ਨਹੀਂ ਹੋ ਸਕਦਾ, ਧਰਮ ਵਾਲਾ ਨਹੀਂ ਹੋ ਸਕਦਾ। ਇਸ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸੱਸੈ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਇ ਲਿਆ ਮੂੜੇ। ਹੈ ਮੂਰਖ ਤੂੰ ਕੋਈ ਸ਼ਰਮ ਨਹੀਂ ਕੀਤੀ, ਕੋਈ ਲੱਜਾ ਨਹੀਂ ਕੀਤੀ। ਜਿਹੋ ਜੀ ਤੇਰੀ ਧੀ, ਜਿਹੋ ਜੀ ਪ੍ਰੋਹਤ ਜਿਹੜੀ ਜਜਮਾਨ ਦੀ ਧੀ, ਪਰ ਇੱਥੇ ਵੀ ਤੂੰ ਉਹ ਦੁਨੀਆ ਵਾਲਾ ਹੀ ਕਰਮ ਰੱਖਿਆ, ਕੋਈ ਰੰਚਕ ਮਾਤਰ ਵੀ ਲੱਜਾ ਸ਼ਰਮ ਨਹੀਂ ਕੀਤੀ। ਅਸਲ ਵਿੱਚ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਪੰਡਤ ਸੀ, ਖਾਸ ਕਰਕੇ ਬ੍ਰਾਹਮਣ, ਅੱਜ ਵੀ ਤੁਸੀਂ ਜਾਓ ਧਾਰਮਿਕ ਸਥਾਨਾਂ 'ਤੇ, ਉਹਨਾਂ ਨੇ ਮੁਕਤੀ ਦਾ ਵੀ ਮਜ਼ਾਕ ਬਣਾ ਛੱਡਿਆ ਹੈ। ਲੋਕ ਜਾਂਦੇ ਨੇ ਨਾ ਵੀ ਸਾਡੇ ਪਿੱਤਰਾਂ ਦੀ ਮੁਕਤੀ ਕਰ ਦਿਓ, ਜਾਂ ਕਈ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜੇ ਤੇ ਕਹਿੰਦੇ ਫੁੱਲ ਹਰਿਦੁਆਰ ਪਾ ਕੇ ਆਉਣੇ ਨੇ। ਉੱਥੇ ਉਹ ਪੰਡਤ ਦੂਰੋਂ ਵੇਖ ਲੈਂਦੇ ਨੇ ਬੰਦਾ ਜਿਹੜਾ ਆ ਰਿਹਾ ਹੈ, ਉਹਦੇ ਵੱਲ ਦੌੜ ਕੇ ਜਾਣਗੇ ਵੀ ਮੇਰੇ ਕੋਲੋਂ ਕਰਾ, ਮੈਂ ਮੁਕਤੀ ਬਹੁਤ ਵਧੀਆ ਕਰਦਾ, ਮੇਰੇ ਕੋਲੋਂ ਪਿੰਡ ਭਰਾ, ਮੇਰੇ ਕੋਲੋਂ ਇਹ ਕਰਾ। ਅਤੇ ਮੁਕਤੀ ਵੀ ਰੱਖੀ ਹੈ ਕਿ 500 ਵਾਲੀ, 5000 ਵਾਲੀ, ਇਸ ਤਰ੍ਹਾਂ ਹੋਰ ਅੱਗੇ ਤੋਂ ਅੱਗੇ। ਪਾਤਸ਼ਾਹ ਜੀ ਕਹਿੰਦੇ ਧਨ ਨੇ ਇਹਦੀ ਮੱਤ ਮਾਰ ਦਿੱਤੀ ਹੈ, ਇਹਨੇ ਆਪਣਾ ਸੰਜਮ ਗਵਾ ਲਿਆ ਹੈ। ਜਦੋਂ ਜਿਵੇਂ ਕੋਈ ਜਿਹੜਾ ਮੁਖੀ ਬੰਦਾ ਹੁੰਦਾ ਹੈ ਕਿਸੇ ਵੀ ਪਾਸੇ ਦਾ, ਜਦੋਂ ਉਹ ਆਪਣੇ ਜੀਵਨ ਤੋਂ ਨੀਵਾਂ ਗਿਰ ਜਾਵੇ ਤੇ ਉਹ ਫਿਰ ਉਸ ਸਾਰੀ ਕਮਿਊਨਿਟੀ ਜਿਹੜੀ ਹੈ ਉਹਦਾ ਵਿਨਾਸ਼ ਕਰ ਦਿੰਦਾ ਹੈ। ਜਦੋਂ ਅਗਲਾ ਜਰਨੈਲ, ਜਥੇਦਾਰ ਉਹੀ ਆਪਣੇ ਧਰਮ ਤੋਂ ਨੀਵਾਂ ਚਲਾ ਗਿਆ ਤਾਂ ਉਹਦੇ ਪਿੱਛੇ ਚੱਲਣ ਵਾਲੇ ਸਾਰੇ ਲੋਕ ਵੀ ਭਟਕ ਜਾਂਦੇ ਨੇ, ਖੁਆਰ ਹੋ ਜਾਂਦੇ ਨੇ। ਜਿਵੇਂ ਜਿਸ ਤਰ੍ਹਾਂ ਦਾ ਰਾਜਾ ਹੋ ਜਾਵੇ ਉਸ ਤਰ੍ਹਾਂ ਦੀ ਪ੍ਰਜਾ ਹੋ ਜਾਂਦੀ ਹੈ। ਅੱਜ ਆਪਾਂ ਵੇਖਦੇ ਹਾਂ ਕਿ ਸਾਡੇ ਮੁਲਕ ਦੇ ਵਿੱਚ ਬੜੀ ਬੇਈਮਾਨੀ ਹੈ, ਬੜਾ ਕੁਝ ਇਸ ਤਰ੍ਹਾਂ ਦਾ ਹੈ। ਉਹਦਾ ਕਾਰਨ ਇੱਥੋਂ ਦੇ ਜਿਹੜੇ ਰਾਜੇ ਨੇ ਉਹ ਆਪਣੇ ਧਰਮ ਤੋਂ ਗਰਾਏਮਾਨ ਹੋ ਗਏ। ਹੋਰ ਮੁਲਕਾਂ ਦੇ ਅੰਦਰ ਇਸ ਤਰ੍ਹਾਂ ਦੀ ਬਹੁਤੀ ਗੱਲ ਨਹੀਂ ਵੇਖਣ ਨੂੰ ਮਿਲਦੀ ਹੈ, ਤਾਂ ਉੱਥੇ ਵੀ, ਕਿਉਂਕਿ ਕਿਸੇ ਵੀ ਚੀਜ਼ ਦਾ ਨਾਸ ਨਹੀਂ ਹੁੰਦਾ, ਪਰ ਇੱਥੇ ਉਹ ਨਾਲੋਂ ਉਹ ਕਈ ਗੁਣਾ ਜ਼ਿਆਦਾ ਚੰਗੇ ਹਨ। ਜਿਵੇਂ ਜੇ ਰਾਜੇ ਬਣ ਗਏ ਉਸ ਤਰ੍ਹਾਂ ਦੀ ਪ੍ਰਜਾ ਹੋ ਜਾਂਦੀ ਹੈ। ਤੋ ਇਸ ਤਰ੍ਹਾਂ ਜਦੋਂ ਧਾਰਮਿਕ ਬੰਦਾ ਜਿਹੜਾ ਜਥੇਦਾਰ ਅੱਗੇ ਰਹਿਨੁਮਾਈ ਕਰਨ ਵਾਲਾ, ਜਦੋਂ ਉਹ ਆਪਣੇ ਧਰਮ ਤੋਂ ਗਰਾਏਮਾਨ ਹੋ ਗਿਆ ਤੇ ਫਿਰ ਉਹਦਾ ਅਸਰ ਪਬਲਿਕ 'ਤੇ ਵੀ ਹੁੰਦਾ ਹੈ। ਮਹਾਰਾਜ ਕਹਿੰਦੇ ਸਾਈ ਪੁੱਤਰੀ ਜਜਮਾਨ ਕੀ, ਸਾ ਤੇਰੀ ਏਤ ਧਾਨ ਖਾਧੈ ਤੇਰਾ ਜਨਮ ਗਿਆ। ਜਿਵੇਂ ਤੇਰੀ ਪੁੱਤਰੀ ਹੈ ਇਸੇ ਤਰ੍ਹਾਂ ਜਜਮਾਨ ਦੀ ਹੈ। ਪੰਡਤ
ਇਹਨੇ ਵੇਖੋ ਐਸਾ ਕਰਮ ਕਾਂਡ ਦਾ ਤਾਣਾ ਬੁਣਿਆ ਸੀ, ਅੱਜ ਵੀ ਲੋਕ ਇਹਦੇ ਵਿੱਚੋਂ ਨਿਕਲ ਨਹੀਂ ਸਕੇ। ਬੱਚੇ ਦੇ ਜਨਮ ਤੋਂ ਲੈ ਕੇ ਪ੍ਰਾਣੀ ਦੇ ਮਰਨ ਤੋਂ ਬਾਅਦ ਤੱਕ ਵੀ ਇਸ ਨੇ ਇੰਨਾ ਗਲਬਾ ਪਾਤਾ ਲੋਕਾਂ 'ਤੇ, ਅੱਜ ਵੀ ਲੋਕ ਨਿਕਲ ਨਹੀਂ ਸਕੇ। ਕਈ ਸਾਲ ਹੋ ਗਏ ਨੇ ਬਜ਼ੁਰਗ ਨੂੰ ਗਿਆ ਹੋਇਆਂ, ਅਤੇ ਅਜੇ ਵੀ ਉਹਦੇ ਨਾਂ 'ਤੇ ਸ਼ਰਾਧ ਕਰੀ ਜਾਂਦੇ ਨੇ ਅਤੇ ਪੰਡਤ ਕਰਾਈ ਜਾਂਦਾ ਹੈ। ਜਗਰਾਵਾਂ ਦੇ ਇਲਾਕੇ ਦੇ ਵਿੱਚ ਇੱਕ ਮਹਾਂਪੁਰਖਾਂ ਦਾ ਅਸਥਾਨ ਹੈ। ਉਹ ਜਿਹੜੇ ਉਹਨਾਂ ਵਿੱਚੋਂ ਸਵਾਮੀ ਗੰਗਾਨੰਦ ਜੀ ਹੋਏ ਨੇ, ਅਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਦੱਸੀ ਇੱਕ ਗੱਲ, ਉਹਨਾਂ ਦੀ ਲਿਖੀ ਹੋਈ ਮਿਲਦੀ ਹੈ। ਉਹ ਇੱਧਰ ਹਰਿਆਣੇ ਦੇ ਇਲਾਕੇ ਦੇ ਵੱਲ ਰਹਿਣ ਵਾਲੇ ਸਨ, ਅਤੇ ਘਰ ਵਿੱਚੋਂ ਸਭ ਨਾਲੋਂ ਛੋਟੇ ਸਨ। 14-15 ਸਾਲ ਦੀ ਉਮਰ। ਗਊਆਂ ਮੱਝੀਆਂ ਚਾਰਨ ਜਾਂਦੇ ਸੀ। ਮਨ ਵਿੱਚ ਐਸਾ ਵੈਰਾਗ ਹੋਇਆ, ਕੋਈ ਮਹਾਂਪੁਰਖ ਮਿਲ ਗਿਆ, ਸਾਰਾ ਕੁਝ ਘਰਦਿਆਂ ਨੂੰ ਦੱਸੇ ਬਿਨਾਂ ਛੱਡ ਕੇ ਸੰਤਾਂ ਨਾਲ ਜਾ ਕੇ ਰਲ ਗਏ, ਅਤੇ ਕਾਫੀ ਸਾਲ, ਕਈ ਸਾਲ ਲੰਘ ਗਏ, ਘਰ ਵਾਪਸੀ ਨਹੀਂ ਮੁੜੇ। ਇੱਧਰ ਕੀ ਹੋਇਆ, ਜਦੋਂ ਹੁਣ ਉਹ ਬੱਚਾ ਗਿਆ ਸੀ 14-15 ਸਾਲ ਦਾ ਘਰੋਂ, ਅਤੇ 6 ਮਹੀਨੇ ਸਾਲ ਉਹਦੀ ਖੋਜ ਕੀਤੀ, ਨਾ ਪਤਾ ਮਿਲਿਆ, ਅਤੇ ਉਹਦੀ ਮਰਨ ਦੀ ਕਿਰਿਆ ਕਰ ਦਿੱਤੀ, ਹਾਲਾਂਕਿ ਉਹ ਜੀਵਦਾ ਸੀ। ਅਤੇ ਕਹਿੰਦੇ ਹਨ ਕਿ ਉਹਦੀ ਕਿਰਿਆ ਆਏ ਸਾਲ ਘਰ ਵਿੱਚ ਜੇ ਕੋਈ ਨੁਕਸਾਨ ਹੋ ਜਾਣਾ, ਕੋਈ ਗਊ ਮੱਝੀ ਕੋਈ ਨੁਕਸਾਨ ਹੋ ਜਾਣਾ, ਜਾਂ ਕਿਸੇ ਬੰਦੇ ਦਾ ਵੀ ਕੋਈ ਸੱਟ ਫੇਟ ਲੱਗ ਜਾਣੀ, ਅਤੇ ਘਰਦਿਆਂ ਨੇ ਪੁਰੋਹਿਤ ਕੋਲ ਜਾਣਾ, ਅਤੇ ਉਹਨੇ ਕਹਿਣਾ ਵੀ ਤੁਹਾਡਾ ਉਹ ਜਿਹੜਾ ਨੌਜਵਾਨ ਬੱਚਾ 14-15 ਸਾਲ ਦਾ ਮਰਿਆ ਨਾ, ਉਹਦੀ ਜ਼ਮੀਨ ਜਿਹੜਾ ਹਿੱਸਾ ਹੈ ਉਹ ਆਪਣਾ ਹਿੱਸਾ ਮੰਗਦਾ ਹੈ, ਉਹਦੀ ਸ਼ਾਂਤੀ ਕਰਾਓ ਅਤੇ ਫਿਰ ਤੁਹਾਡੇ ਘਰ ਸੁੱਖ ਰਹੇਗਾ। ਆਏ ਸਾਲ ਕੁਝ ਨਾ ਕੁਝ ਲੈ ਲੈਣਾ। ਕਾਫੀ ਸਮੇਂ ਬਾਅਦ, ਯਾਨੀ ਕਿ 40-50 ਸਾਲ ਬਾਅਦ ਉਹ ਵਾਪਸ ਮੁੜੇ, ਅਤੇ ਮਾਂ ਪਿਓ ਸਭ ਚੜ੍ਹਾਈ ਕਰ ਚੁੱਕੇ ਸਨ। ਵੱਡੀ ਭਰਜਾਈ ਜਿਹੜੀ ਉਹਦੀ, ਉਹ ਵੀ ਬਜ਼ੁਰਗ ਹੋ ਚੁੱਕੀ ਸੀ ਕਾਫੀ। ਅਤੇ ਉਹ ਮਹਾਂਪੁਰਸ਼ ਜਦੋਂ ਆਪਣੇ ਘਰ ਗਏ, ਜਾ ਕੇ ਮਿਲੇ, ਪਤਾ ਦੱਸਿਆ ਵੀ ਮੈਂ ਤਾਂ ਉਹੀ ਹਾਂ, ਕਿਸੇ ਨੂੰ ਪਛਾਣ ਨਹੀਂ ਸੀ। ਤਾਂ ਉਹਨਾਂ ਦੇ ਦੱਸਣ ਮੁਤਾਬਕ ਕਿ ਇੰਨਾ ਸਾਲ ਪੰਡਤ ਤੇਰੇ ਨਾਮ ਦਾ ਸ਼ਰਾਧ ਕਰੀ ਜਾਂਦਾ, ਅਤੇ ਇਹ ਕੁਝ ਲਈ ਜਾਂਦਾ, ਜਦ ਕਿ ਤੂੰ ਜੀਵਦਾ ਹੈ। ਤੋ ਇਸ ਤਰ੍ਹਾਂ ਇਹ ਕਰਮ ਕਾਂਡ ਐਸਾ ਗਲਬਾ ਦੁਨੀਆ 'ਤੇ ਪਾ ਦਿੱਤਾ ਕਿ ਤੁਸੀਂ, ਤੁਹਾਡਾ ਪ੍ਰਾਣੀ ਕੋਈ ਚੜ੍ਹਾਈ ਕਰ ਗਿਆ, ਉਹਦੇ ਨਾਂ 'ਤੇ ਇਹ ਕਰੋ, ਇਹਦੇ ਨਾਂ 'ਤੇ ਇਹ ਕਰੋ। ਅਤੇ ਗੁਰਮੁਖੋ, ਭਾਵੇਂ ਆਪਾਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਾਂ, ਆਪਾਂ ਵੀ ਇਸ ਪਰੰਪਰਾ ਤੋਂ ਬਚੇ ਨਹੀਂ। ਕੋਈ ਪ੍ਰਾਣੀ ਚੜ੍ਹਾਈ ਕਰ ਜੇ, ਕਹਿੰਦੇ ਗੁਰਦੁਆਰੇ ਮੰਜਾ ਬਿਸਤਰਾ ਜ਼ਰੂਰ ਦੇਣਾ ਹੈ। ਇਹਦਾ ਗੁਰਮਤਿ ਦੇ ਵਿੱਚ ਕੋਈ ਥਾਂ ਨਹੀਂ ਹੈ। ਹਾਂ, ਵੈਸੇ ਕਿਸੇ ਗਰੀਬ ਨੂੰ, ਲੋੜਵੰਦ ਨੂੰ ਤੁਸੀਂ ਮੰਜਾ ਬਿਸਤਰਾ ਦੇ ਦਿਓ, ਬਰਤਨ ਲੈ ਕੇ ਦੇ ਦਿਓ, ਗੱਲ ਵੱਖਰੀ ਹੈ। ਤਾਂ ਇਸ ਤਰ੍ਹਾਂ ਦੇ ਇਹ ਕਰਮ ਕਾਂਡ ਐਸੇ ਪ੍ਰਚਲਿਤ ਕਰ ਦਿੱਤੇ, ਅਤੇ ਪਾਤਸ਼ਾਹ ਜੀ ਕਹਿੰਦੇ ਫਿਰ ਇਸ ਤਰ੍ਹਾਂ ਦਾ ਧਨ ਜਦੋਂ ਕੋਈ ਖਾਂਦਾ ਹੈ ਤਾਂ ਉਹਦਾ ਜਨਮ ਵਿਅਰਥ ਚਲਾ ਜਾਂਦਾ ਹੈ। ਜਨਮ ਵਿਅਰਥ ਕਿਵੇਂ ਚਲਾ ਗਿਆ? ਮਨ ਨੀਵਾਂ ਚਲਾ ਗਿਆ, ਅਤੇ ਮਨ ਫਿਰ ਉਸ ਪਾਸੇ ਲੱਗਾ ਰਹਿੰਦਾ ਵੀ ਕੋਈ ਚੜ੍ਹਾਈ ਕਰ ਗਿਆ ਜਾਂ ਕਿਸੇ ਦੇ ਘਰ ਵਿਆਹ, ਤਾਂ ਉੱਥੋਂ ਕੀ ਆਵੇਗਾ, ਕਿਵੇਂ ਪ੍ਰਾਪਤ ਕਰਨਾ ਹੈ, ਬੰਦਗੀ ਵਾਲੇ ਪਾਸੇ ਮਨ ਹੀ ਨਾ ਰਿਹਾ। ਤੋ ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ, ਹੇ ਪੰਡਤ, ਇਸ ਤਰ੍ਹਾਂ ਦਾ ਕਰਮ ਨਾ ਕਰ, ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰ, ਤਾਂ ਜੋ ਇਹ ਜੀਵਨ ਲੇਖੇ ਵਿੱਚ ਲੱਗ ਜਾਵੇ, ਸਫਲ ਹੋ ਜਾਵੇ। ਮੰਮੈ ਮਤ ਹਿਰ ਲਈ ਤੇਰੀ ਮੂੜੇ, ਓਮੈ ਵੱਡਾ ਰੋਗ ਪਿਆ। ਅੱਗੇ ਮੰਮੇ ਅੱਖਰ ਦੁਆਰਾ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ, ਲਾਲਚ ਨੇ ਤੇਰੀ ਮੱਤ ਹਿਰ ਲਈ ਹੈ,
ਤੇ ਹੋਮੈ ਦਾ ਵੱਡਾ ਰੋਗ ਤੈਨੂੰ ਚਿੰਬੜ ਗਿਆ ਹੈ। ਲਾਲਚ ਦੇ ਵਿੱਚ ਫਸਿਆ ਹੋਇਆ ਤੇ ਕਹਿੰਦਾ ਮੈਂ ਬੜਾ ਵੱਡਾ ਵਿਦਵਾਨ ਹਾਂ, ਗਿਆਨਵਾਨ ਹਾਂ, ਅੰਤਰ ਆਤਮੈ ਬ੍ਰਹਮ ਨਾ ਚੀਨਿਆ, ਮਾਇਆ ਕਾ ਮੁਹਤਾਜ ਭਇਆ। ਆਪਣੇ ਅੰਦਰ ਬ੍ਰਹਮ ਨੂੰ ਨਹੀਂ ਜਾਣਿਆ, ਮਾਇਆ ਦਾ ਮੁਹਤਾਜ ਹੋ ਗਿਆ, ਪੈਸੇ ਦੇ ਨਾਲ ਹੀ ਜੁੜਿਆ ਰਿਹਾ, ਬਸ ਸਵਾਰਥ ਦੇ ਵਿੱਚ ਹੀ ਪਿਆ ਰਿਹਾ, ਪਰਮੇਸ਼ਵਰ ਦੇ ਨਾਮ ਨੂੰ ਨਹੀਂ ਜਪਿਆ। ਕੱਕੈ ਕਾਮ ਕ੍ਰੋਧ ਭਰਮਿਓ ਮੂੜੇ, ਮਮਤਾ ਲਾਗੇ ਤੁਧਾਰ ਵਿਸਰਿਆ। ਕੱਕੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਕਾਮ ਕ੍ਰੋਧ ਇਹ ਜੀਵ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਜੀਵ ਦਾ ਸੁਭਾਅ ਹੋਵੇ, ਜੀਵਨ ਦਾ, ਲਾਲਚ ਦਾ, ਮੋਹ ਦਾ, ਉਹਦੇ ਅੰਦਰ ਦੋ ਚੀਜ਼ਾਂ ਬਹੁਤ ਹਾਵੀ ਹੋ ਜਾਂਦੀਆਂ ਨੇ, ਇੱਕ ਕਾਮ ਔਰ ਇੱਕ ਕ੍ਰੋਧ। ਇਹਦੇ ਵਿੱਚ ਉਹ ਭਟਕਦਾ ਰਹਿੰਦਾ ਹੈ। ਕ੍ਰੋਧ ਆਉਂਦਾ ਉਹਨੂੰ ਜਦੋਂ ਕੁਝ ਪ੍ਰਾਪਤ ਨਹੀਂ ਹੁੰਦੀ, ਔਰ ਜਦੋਂ ਧਨ ਆਉਂਦਾ ਹੈ ਪਦਾਰਥ ਉਹਦੇ ਅੰਦਰ, ਫਿਰ ਮਾੜੀ ਵਾਸ਼ਨਾ ਪੈਦਾ ਹੋ ਜਾਂਦੀ ਹੈ। ਦੁਨੀਆ ਦੀ ਮੋਹ ਮਮਤਾ ਵਿੱਚ ਲੱਗਾ ਰਹਿੰਦਾ ਤੇ ਵਾਹਿਗੁਰੂ ਵਿਸਰ ਜਾਂਦਾ। ਪੜ੍ਹੈ ਗੁਣੇ ਤੂੰ ਬਹੁਤ ਪੁਕਾਰੇ, ਬਿਨ ਬੂਝੇ ਤੂੰ ਡੂਬ ਮੁਆ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਗਿਆਨੀ ਤੁਹਾਨੂੰ ਬੜੇ ਮਿਲ ਜਾਣਗੇ, ਬੜੇ ਗੱਲਾਂ ਕਰਨ ਵਾਲੇ, ਲੋਕਾਂ ਨੂੰ ਸੁਣਾਉਣ ਵਾਲੇ। ਪਰ ਪਾਤਸ਼ਾਹ ਕਹਿੰਦੇ ਜਦੋਂ ਤੱਕ ਜੀਵ ਆਪ ਉਸ ਨੂੰ ਸਮਝਦਾ ਨਹੀਂ ਹੈ ਤਾਂ ਇਹ ਭਵਜਲ ਵਿੱਚ ਡੁੱਬ ਜਾਂਦਾ ਹੈ, ਭਾਵ ਵਿਕਾਰਾਂ ਵਿੱਚ ਡੁੱਬ ਕੇ ਮਰ ਜਾਂਦਾ ਹੈ, ਆਤਮਿਕ ਜੀਵਨ ਇਹਦਾ ਖਤਮ ਹੋ ਜਾਂਦਾ ਹੈ। ਤਤੈ ਤਾਮਸ ਜਲਿਓ ਮੂੜੇ, ਥਤੈ ਥਾਨ ਭ੍ਰਸ਼ਟ ਹੋਆ। ਤਤੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਤਾਮਸ ਤਮੋ ਗੁਣ ਇਹਦੇ ਅੰਦਰ ਆ ਜਾਂਦਾ ਹੈ, ਤ੍ਰਿਸ਼ਨਾ ਆ ਜਾਂਦੀ ਹੈ, ਉਹਦੇ ਨਾਲ ਫਿਰ ਸੜਦਾ ਰਹਿੰਦਾ ਹਰ ਸਮੇਂ। ਤੇ ਪਾਤਸ਼ਾਹ ਕਹਿੰਦੇ ਹਿਰਦੇ ਰੂਪੀ ਥਾਨ ਭ੍ਰਸ਼ਟ ਹੋ ਜਾਂਦਾ ਹੈ। ਜਿੱਥੇ ਹਰ ਸਮੇਂ ਅੱਗ ਬਲੇ ਉਹ ਧਰਤੀ ਸੜ ਜਾਂਦੀ ਹੈ। ਤੁਸੀਂ ਵੇਖੋ ਜਿੱਥੇ ਭੱਠਾ ਲੱਗਦਾ ਹੈ ਨਾ, ਉਹ ਧਰਤੀ 'ਤੇ ਲੰਮਾ ਸਮਾਂ ਅੱਗ ਬਲਦੀ ਹੈ, ਧਰਤੀ ਸੜ ਸੜ ਕੇ ਮਨੂਰ ਹੋ ਜਾਂਦੀ ਹੈ। ਉੱਥੇ ਤੁਸੀਂ ਬੂਟੇ ਆਦਿਕ ਲਾਓ, ਨਹੀਂ ਪੈਦਾ ਹੋਣਗੇ, ਸਮਾਂ ਲੱਗੇਗਾ ਉਹ ਧਰਤੀ ਆਪਣੇ ਮੁੜ ਕੇ ਉਸ ਤਾਸੀਰ ਵਿੱਚ ਆਉਣ ਵਾਸਤੇ। ਇਸੇ ਤਰ੍ਹਾਂ ਜਿਹਦਾ ਅੰਦਰ ਤ੍ਰਿਸ਼ਨਾ ਦੀ ਅੱਗ ਨਾਲ ਸੜ ਗਿਆ ਹੈ, ਉਹਦਾ ਹਿਰਦਾ ਰੂਪੀ ਥਾਨ ਭ੍ਰਸ਼ਟ ਹੋ ਜਾਂਦਾ ਹੈ। ਉੱਥੇ ਗੁਰੂ ਦੀ ਭੈ ਭਾਵਨਾ, ਸ਼ਰਧਾ ਨਹੀਂ ਰਹਿ ਜਾਂਦੀ। ਜਿਵੇਂ ਜਿਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਕਾਲੇ ਤੋਂ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗਏ, ਜਿਹੜੇ ਉੱਥੇ ਪੁਜਾਰੀ ਸਨ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਹਰਿਮੰਦਰ ਸਾਹਿਬ ਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਦਰ ਆ ਕੇ ਬੈਠ ਨਾ ਜਾਣ ਔਰ ਇੱਥੇ ਕਬਜ਼ਾ ਨਾ ਕਰ ਲੈਣ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਭਾਈ ਅਸੀਂ ਤਾਂ ਦਰਸ਼ਨ ਕਰਨ ਵਾਸਤੇ ਆਏ ਸੀ, ਤੁਸੀਂ ਆਪਣੇ ਆਪ ਨੂੰ ਅੰਮ੍ਰਿਤ ਸਰੀਏ ਖਵਾਉਂਦੇ ਹੋ, ਭਾਵ ਜਿਹੜੇ ਅੰਮ੍ਰਿਤ ਦੇ ਰਸ ਵਿੱਚ ਭਰੇ ਹੋਣ। ਨੈ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਅੰਤਰ ਤੇ ਸੜੀਏ। ਤੁਸੀਂ ਤਾਂ ਤ੍ਰਿਸ਼ਨ ਦੀ ਅੱਗ ਨਾਲ ਸੜੇ ਹੋਏ ਹੋ ਅੰਦਰੋਂ, ਬਾਹਰੋਂ ਬੜਾ ਮਿੱਠਾ ਬੋਲਦੇ ਹੋ, ਪਰ ਅੰਦਰ ਤੁਹਾਡਾ ਤ੍ਰਿਸ਼ਨਾ ਦੀ ਅੱਗ ਨੇ ਸਾੜ ਸੁੱਟਿਆ ਹੈ। ਅੰਦਰ ਸ਼ਰਧਾ ਨਹੀਂ ਰਹਿ ਗਈ, ਭਾਵਨਾ ਨਹੀਂ ਰਹਿ ਗਈ, ਥਾਨ ਭ੍ਰਸ਼ਟ ਹੋ ਗਿਆ। ਘੱਗੈ ਘਰ ਘਰ ਫਿਰੈ ਤੁਮ ਊੜੇ, ਦੱਦੈ ਦਾਨ ਨਾ ਤੁਧ ਲਿਆ। ਤੇ ਲਾਲਚੀ ਬੰਦਾ ਘਰ ਘਰ ਫਿਰਦਾ ਹੈ, ਹਰ ਇੱਕ ਦੇ ਪੈਰੀਂ ਹੱਥ ਲਾਉਂਦਾ ਹੈ, ਹੱਥ ਜੋੜਦਾ, ਉਹਦੀ ਖੁਸ਼ਾਮਦ ਕਰਦਾ ਹੈ। ਮਹਾਰਾਜ ਕਹਿੰਦੇ ਆ ਬ੍ਰਾਹਮਣ ਘੱਗਾ ਘਰ ਘਰ ਫਿਰੇ ਤੁਮ ਮੂੜੇ, ਦੱਦੈ ਦਾਨ ਨਾ ਤੁਧ ਲਿਆ। ਲੋਕਾਂ ਕੋਲੋਂ ਬੜੇ ਦਾਨ ਲਏ, ਪਰ ਸੱਚੇ ਗੁਰੂ ਕੋਲੋਂ ਨਾਮ ਦਾ ਦਾਨ ਲਿਆ ਹੀ ਨਹੀਂ ਹੈ। ਜਿਹੜਾ ਦਾਨ ਤੈਨੂੰ ਲੈਣਾ ਚਾਹੀਦਾ ਸੀ ਉਹ ਸੀ ਨਾਮ ਦਾ ਦਾਨ, ਅਤੇ ਉਹ ਕਿੱਥੋਂ ਮਿਲਣਾ ਹੈ? ਸੱਚੇ ਗੁਰੂ ਕੋਲੋਂ। ਦੁਨੀਆ ਦੇ ਕੋਲ ਜਾਓ, ਦੁਨੀਆ ਤੁਹਾਨੂੰ ਦਾਨ ਦੇਵੇਗੀ, ਪੈਸਾ, ਕੱਪੜਾ, ਲੀੜਾ ਇਤਿਆਦਿ ਇਹ ਦੇ ਦੇਵੇਗੀ, ਕੋਈ ਜ਼ਮੀਨ ਦਾਨ ਦੇ ਦੇਵੇਗਾ, ਕੋਈ ਕੁਝ ਦੇ ਦੇਵੇਗਾ। ਨਾਮ ਦਾ ਦਾਨ ਮਿਲਣਾ ਗੁਰੂ ਦੇ ਕੋਲੋਂ, ਅਤੇ ਗੁਰੂ ਦੇ ਕੋਲ ਆ ਕੇ ਮੰਗਿਆ ਹੀ ਨਹੀਂ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫੁਰਮਾਨ ਕਰ ਰਹੇ ਨੇ, ਪਪੈ ਪਾਰ ਨਾ ਪਵਈ ਮੂੜੇ, ਪਰ ਪੰਚ ਤੂੰ ਪਲ ਚਰਿਆ। ਪੱਪੇ ਅੱਖਰ ਦੁਆਰਾ ਮਹਾਰਾਜ ਕਹਿੰਦੇ
ਇਸ ਤਰ੍ਹਾਂ ਦੇ ਕਰਮ ਕਰਕੇ ਕਦੇ ਵੀ ਭਵਜਲ ਤੋਂ ਪਾਰ ਨਹੀਂ ਹੋਵੇਗਾ, ਭਾਵ ਆਵਾਗਮਨ ਵਿੱਚੋਂ ਬਾਹਰ ਨਹੀਂ ਨਿਕਲ ਸਕੇਗਾ। ਕਿਉਂਕਿ ਤੂੰ ਇਸ ਤਰ੍ਹਾਂ ਦੇ ਕਰਮ ਕਰ ਕਰਕੇ ਇਹ ਜਿਹੜਾ ਸੰਸਾਰ ਰੂਪੀ ਪ੍ਰਪੰਚ ਹੈ ਇਹਦੇ ਵਿੱਚ ਹੀ ਰੁੱਝਾ ਹੋਇਆ ਹੈ। ਇਹ ਸੰਸਾਰ ਤੈਨੂੰ ਚੰਗਾ ਲੱਗ ਰਿਹਾ ਹੈ, ਨਿਰੰਕਾਰ ਚੰਗਾ ਨਹੀਂ ਲੱਗਦਾ। ਇਹਦੇ ਵਿੱਚ ਤੂੰ ਬੜਾ ਪਲਚਿਆ ਹੋਇਆ ਹੈ। ਸੱਚਾ ਆਪ ਖੁਆਇਓ ਮੂੜੇ, ਇਹ ਸਿਰ ਤੇਰੇ ਲੇਖ ਪਿਆ। ਜਦੋਂ ਕੋਈ ਜੀਵ ਇਸ ਤਰ੍ਹਾਂ ਦੇ ਕਰਮਾਂ ਵਿੱਚ ਪ੍ਰਵਿਰਤ ਹੋ ਜਾਵੇ, ਵਾਹਿਗੁਰੂ ਦਾ ਇਹ ਵਿਧਾਨ ਬਣਾਇਆ ਹੋਇਆ ਹੈ, ਇਹ ਨਿਯਮ ਬਣਾਇਆ ਹੋਇਆ ਹੈ, ਜਿਸ ਤਰ੍ਹਾਂ ਦੇ ਜੀਵ ਕਰਮ ਕਰਦਾ ਉਸ ਪਾਸੇ ਉਹਨੂੰ ਲਾ ਦਿੰਦਾ ਹੈ ਪਰਮਾਤਮਾ। ਚੰਗੇ ਕਰਮ ਕਰੋਗੇ ਚੰਗੇ ਪਾਸੇ, ਮਾੜੇ ਕਰਮ ਕਰੋਗੇ ਮਾੜੇ ਪਾਸੇ। ਜਿਵੇਂ ਦੁਨਿਆਵੀ ਤੌਰ 'ਤੇ ਕਿਸੇ ਮੁਲਕ ਦੀ ਸਰਕਾਰ ਉਹਨੇ ਕਾਨੂੰਨ ਬਣਾਏ ਨੇ ਆਪਣੇ। ਕੀ ਕਾਨੂੰਨ ਨੇ? ਜਿਹੜਾ ਬੰਦਾ ਪੜ੍ਹਾਈ ਕਰੇ, ਚੰਗਾ ਕਰਮ ਕਰੇ, ਚੰਗੇ ਕਰਮ ਕਰੇ, ਉਹਨੂੰ ਸਰਕਾਰ ਸਨਮਾਨਿਤ ਕਰਦੀ, ਨੌਕਰੀਆਂ ਦਿੰਦੀ, ਵੱਡੇ ਵੱਡੇ ਰੁਤਬੇ ਦਿੰਦੀ ਹੈ। ਚੰਗੇ ਕਰਮ ਕੀਤੇ, ਪੜ੍ਹਾਈ ਕੀਤੀ ਬੜੀ, ਹੋਰ ਇੱਕ ਨੇ ਡਕੈਤੀਆਂ ਮਾਰੀਆਂ, ਹੋਰ ਮਾੜੇ ਕਰਮ ਕੀਤੇ, ਕਤਲ ਕੀਤੇ, ਕਾਨੂੰਨ ਬਣਾਇਆ ਸਰਕਾਰ ਨੇ, ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦਿੰਦੀ ਹੈ। ਸਰਕਾਰ ਨੇ ਦੋਵੇਂ ਤਰ੍ਹਾਂ ਦੇ ਕਾਨੂੰਨ ਬਣਾਏ ਨੇ। ਜਿਹੜਾ ਚੰਗੇ ਕਰਮ ਕਰੇਗਾ ਉਹਦੇ ਵਾਸਤੇ ਵੀ ਰੱਖਿਆ ਹੈ ਵੀ ਉਹਨੂੰ ਇਹ ਸਹੂਲਤਾਂ ਮਿਲਣਗੀਆਂ, ਇਹ ਕੁਝ ਉਹਨੂੰ ਮਿਲੇਗਾ, ਜਿਵੇਂ ਜੀ ਪੜ੍ਹਾਈ ਹੈ। ਅਤੇ ਜਿਹੜਾ ਕੋਈ ਮਾੜੇ ਕਰਮ ਕਰਦਾ ਜਿਸ ਤਰ੍ਹਾਂ ਦੇ, ਉਸ ਤਰ੍ਹਾਂ ਦੀ ਉਹਦੀ ਸਜ਼ਾ ਵੀ ਰੱਖੀ ਹੈ। ਇਹ ਕਾਨੂੰਨ ਦੀ ਇਹ ਸਜ਼ਾ, ਇਹਦੀ ਇਹ ਸਜ਼ਾ, ਇਹਦੀ ਇਹ ਸਜ਼ਾ, ਇਹ ਜਿਸ ਤਰ੍ਹਾਂ ਦਾ ਵੀ ਕੋਈ ਜ਼ੁਲਮ ਕਰਦਾ ਉਹਦੀ ਸਜ਼ਾ ਉਹਦੇ ਮੁਤਾਬਕ ਹੈ। ਮਹਾਰਾਜ ਕਹਿੰਦੇ ਮਾੜੇ ਕਰਮ ਬੜੇ ਕੀਤੇ ਅਤੇ ਪ੍ਰਮਾਤਮਾ ਨੇ ਫਿਰ ਇਹਨੂੰ ਖੁਆਰ ਕੀਤਾ। ਸੱਚਾ ਆਪ ਖੁਆਇਓ ਮੂੜੇ। ਵਾਹਿਗੁਰੂ ਨੇ ਕਿਉਂ ਇਹਨੂੰ ਖੁਆਰੀ ਵਾਲੇ ਮਾਰਗ 'ਤੇ ਪਾ ਦਿੱਤਾ? ਕਿਉਂਕਿ ਇਹਨੇ ਕਰਮ ਹੀ ਐਸੇ ਕੀਤੇ ਸੀ। ਸਰਕਾਰ ਨੇ ਜੇਲ੍ਹ ਵਿੱਚ ਬੰਦ ਕਿਉਂ ਕੀਤਾ ਬੰਦੇ ਨੂੰ? ਕਿਉਂਕਿ ਮਾੜੇ ਕਰਮ ਕਰਦਾ ਰਿਹਾ ਨਾ। ਮਹਾਰਾਜ ਕਹਿੰਦੇ ਸੱਚਾ ਆਪ ਖੁਆਇਓ ਮੂੜੇ, ਇਹ ਸਿਰ ਤੇਰਾ ਲੇਖ ਪਿਆ। ਇਹ ਤੇਰੇ ਸਿਰ 'ਤੇ ਲੇਖ ਲਿਖੇ ਗਏ, ਤੇਰੇ ਹੀ ਕੀਤੇ ਹੋਏ ਕਰਮਾਂ ਦੇ। ਭਵੈ ਭਵਜਲ ਡੁੱਬੋ ਮੂੜੇ, ਮਾਇਆ ਵਿੱਚ ਗਲਤਾਨ ਪਿਆ। ਭੱਬੇ ਅੱਖਰ ਦੁਆਰਾ ਮਹਾਰਾਜ ਕਹਿੰਦੇ ਹਨ ਭਵਜਲ ਦੇ ਵਿੱਚ ਡੁੱਬਿਆ ਫਿਰਦਾ। ਭਵਜਲ ਵਿੱਚ ਡੁੱਬਣ ਦਾ ਕਾਰਨ ਮਾਇਆ ਵਿੱਚ ਹੀ ਗਲਤਾਨ ਰਿਹਾ। ਮਾਇਆ ਦਾ ਗਲਤਾਨ ਕੀ ਹੈ? ਇਹ ਸਾਡਾ ਸਰੀਰ ਵੀ ਮਾਇਆ। ਬਸ ਸਰੀਰ ਨੂੰ ਖਾਣ ਪੀਣ ਦੇ ਵਿੱਚ ਲੱਗਾ ਰਿਹਾ, ਸੰਭਾਲਣ ਵਿੱਚ ਲੱਗਾ ਰਿਹਾ, ਦੁਨੀਆ ਦੇ ਕਰਮਾਂ ਵਿੱਚ ਹੀ ਲੱਗਾ ਰਿਹਾ। ਗਲਤਾਨ ਹੋ ਗਿਆ ਪੂਰਾ ਸਰੀਰ ਦੇ ਕਰਮਾਂ ਦੇ ਵਿੱਚ ਵੀ ਹੋਰ ਕੁਝ ਕਰਨਾ ਹੀ ਨਹੀਂ ਹੈ, ਬਸ ਸੰਸਾਰ ਦੇ ਕੰਮ ਧੰਦੇ ਹੀ ਕਰਨੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਭਵਜਲ ਵਿੱਚ ਡੁੱਬਦਾ ਹੈ। ਗੁਰ ਪ੍ਰਸਾਦੀ ਏਕੋ ਜਾਣੈ, ਇਹ ਘੜੀ ਮੈਂ ਪਾਰ ਪਿਆ। ਹਾਂ, ਜੇ ਕਿਤੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਅਤੇ ਗੁਰੂ ਦੇ ਹੁਕਮ ਨੂੰ ਮੰਨ ਲਵੇ, ਗੁਰ ਪ੍ਰਸਾਦੀ ਏਕੋ ਜਾਣੈ, ਇੱਕ ਵਾਹਿਗੁਰੂ ਨੂੰ ਜਾਣ ਲਵੇ। ਗੁਰੂ ਕਿਰਪਾ ਕਰਦਾ ਹੈ, ਸਾਨੂੰ ਪਰਮਾਤਮਾ ਨਾਲ ਜੋੜਦਾ ਹੈ, ਪਰਮਾਤਮਾ ਦੀ ਜਾਣਕਾਰੀ ਦਿੰਦਾ ਗੁਰੂ। ਅਤੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਲੈ ਕੇ ਪਰਮਾਤਮਾ ਨੂੰ ਜਾਣਿਆ, ਏਕ ਘੜੀ ਮੈਂ ਪਾਰ ਪਿਆ। ਕੋਈ ਇੰਨਾ ਕੁ ਸਮਾਂ ਵੀ ਰੋਜ਼ ਨਾਮ ਜਪ ਲਏ ਨਾ ਗੁਰੂ ਦਾ ਹੁਕਮ ਮੰਨ ਕੇ, ਇੱਕ ਘੜੀ ਵੀ ਪਾਰ ਹੋ ਜਾਵੇਗਾ। ਇੱਕ ਘੜੀ ਕੋਈ ਬਹੁਤਾ ਵੱਡਾ ਸਮਾਂ ਨਹੀਂ ਹੈ, 24 ਮਿੰਟ ਬਣਦੇ ਨੇ, ਅੱਧੇ ਘੰਟੇ ਤੋਂ ਵੀ ਘੱਟ ਹੈ। ਅੱਜ ਮਨੁੱਖ ਇੰਨਾ ਬਿਜੀ ਹੋ ਗਿਆ, ਇਹਦੇ ਕੋਲ ਇੰਨਾ ਵੀ ਕਹਿੰਦੇ ਸਮਾਂ ਨਹੀਂ ਹੈ। ਕਿਵੇਂ ਭਲਾ ਹੋਵੇਗਾ? ਬੁਰੇ ਕੰਮਾਂ ਵਾਸਤੇ ਬੜਾ ਸਮਾਂ ਕੱਢ ਲੈਂਦਾ ਹੈ। ਆਪਾਂ ਨਿੰਦਿਆ ਚੁਗਲੀ ਕਰਨੀ ਹੋਵੇ ਤਾਂ ਆਪਾਂ ਜਾ ਕੇ ਕਿਤੇ ਬਹਿ ਜਾਈਏ, ਅੱਧਾ ਘੰਟਾ 2 ਕਰੀ ਜਾਂਦੇ ਗੱਲਾਂ ਵੀ। ਪਾਤਸ਼ਾਹ ਕਹਿੰਦੇ ਇੱਕ ਘੜੀ ਵੀ ਤੂੰ ਨਾਮ ਜਪ ਲੈ, ਗੁਰੂ ਦਾ ਬਚਨ ਮੰਨ ਕੇ ਪਾਰ ਹੋ ਜਾਵੇਗਾ।
ਝੱਜੈ ਕਦੇ ਨ ਝੂਰੇ ਮੂੜੇ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ। ਝੱਜੇ ਅੱਖਰ ਦੁਆਰਾ ਅੱਗੇ ਪਾਤਸ਼ਾਹ ਫਰਮਾਨ ਕਰਦੇ ਨੇ, ਵਾਹਿਗੁਰੂ ਬੱਬੈ ਵਾਰੀ ਆਈਆਂ ਮੂੜੇ, ਵਾਸ ਦਿਓ ਤੁਧ ਵਿਸਰਿਆ। ਬੱਬੇ ਅੱਖਰ ਦੁਆਰਾ ਮਹਾਰਾਜ ਕਹਿੰਦੇ, ਬੱਬੇ ਵਾਰੀ ਆਈਆਂ ਮੂੜੇ, ਵਾਸ ਦਿਓ ਤੁਧ ਵਿਸਰਿਆ। ਵਾਰੀ ਆਈ ਸੀ, ਇਹ ਸਾਨੂੰ ਰੱਬ ਨੂੰ ਮਿਲਣ ਦੀ ਵਾਰੀ ਮਿਲੀ ਹੋਈ ਮਨੁੱਖਾਂ ਦੇ ਹੀ, ਪਰ ਪਾਤਸ਼ਾਹ ਕਹਿੰਦੇ ਇਹ ਵਾਰੀ ਵਿਅਰਥ ਗਵਾ ਲਈ। ਬੱਬੇ ਵਾਰੀ ਆਈਆਂ ਮੂੜੇ, ਵਾਸ ਦਿਓ ਤੁਧ ਵਿਸਰਿਆ। ਪਰਮਾਤਮਾ ਭੁੱਲ ਗਿਆ। ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਨੇ ਕਿ ਜਿਹੜਾ ਮਨੁੱਖ ਰੱਬ ਨੂੰ ਭੁਲਾ ਕੇ ਬੜਾ ਹੰਕਾਰ ਵਿੱਚ ਤੁਰਿਆ ਫਿਰਦਾ ਹੈ, ਤੇ ਉਹਨਾਂ ਦੇ ਬਚਨ ਨੇ, ਕਾਹੇ ਭਈਆ ਫਿਰ ਤੋਂ ਫੂਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, 100 ਦਿਨ ਕੈਸੇ ਭੁੱਲਿਆ। ਬੜਾ ਕਹਿੰਦੇ ਆਕੜ ਆਕੜ ਕੇ ਤੁਰਦਾ ਹੈ, ਬੜਾ ਔਖਾ ਹੋ ਕੇ ਬੋਲਣਾ ਹੈ ਕਿ ਜਦੋਂ ਮਾਤਗਰ ਵਿੱਚ ਪੁੱਠਾ ਲਟਕਿਆ ਹੋਇਆ ਸੀ ਨਾ, ਹਰ ਸਮੇਂ ਤਰਲੇ ਕਰ ਰਿਹਾ ਸੀ, ਮਿੰਨਤਾਂ ਕਰ ਰਿਹਾ ਸੀ ਰੱਬ ਦੇ ਅੱਗੇ ਕਿ ਮੈਨੂੰ ਇੱਕ ਵਾਰੀ ਮਨੁੱਖਾ ਦੇ ਹੀ ਦੇ, ਇੱਕ ਵਾਰੀ ਜਨਮ ਦੇ, ਮੈਂ ਤੇਰਾ ਨਾਮ ਜਪਾਂਗਾ ਸਵਾਸ ਸਵਾਸ। ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ 10 ਮਾਸ ਉਰਦ ਮੁਖ ਰਹਿਤਾ। ਪੁੱਠਾ ਲਟਕਿਆ ਹੋਇਆ ਸੀ, 100 ਦਿਨ ਕੈਸੇ ਭੁੱਲਿਆ। ਉਹ ਦਿਨ ਤੈਨੂੰ ਕਿਵੇਂ ਭੁੱਲ ਗਏ ਹਨ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ, ਇਹ ਵੇਲਾ ਨਾ ਲੈਸੈ ਮੂੜੇ, ਫਿਰ ਤੂੰ ਜਮ ਕੇ ਵਸ ਪਿਆ। ਜੇ ਇਹ ਵੇਲਾ ਨਾ ਸੰਭਾਲਿਆ, ਅਜੇ ਵੀ ਸਮਾਂ ਹੈ। ਜਿਵੇਂ ਕੱਲ੍ਹ ਵੀ ਬੇਨਤੀ ਕੀਤੀ ਸੀ, ਮਨੁੱਖ ਦੀ ਬੋਡੀ ਸਰੀਰ ਕੋਈ ਇੱਕ ਵੀ ਹਰਕਤ ਕਰ ਰਿਹਾ ਹੋਵੇ ਤੇ ਡਾਕਟਰ ਇਹ ਨਹੀਂ ਕਹਿੰਦੇ ਵੀ ਇਹ ਡੈੱਡ ਹੋ ਗਿਆ ਹੈ। ਇੱਕ ਵੀ ਹਰਕਤ ਨਹੀਂ ਰਹਿ ਗਈ ਸਰੀਰ ਵਿੱਚ, ਫਿਰ ਡਾਕਟਰ ਕਲੀਅਰ ਕਰ ਦਿੰਦੇ ਨੇ ਇਹ ਹੁਣ ਡੈੱਡ ਹੋ ਗਿਆ, ਖਤਮ ਹੋ ਗਿਆ ਬਿਲਕੁਲ। ਜਦੋਂ ਤੱਕ ਮਨੁੱਖ ਦਾ ਜੀਵਨ ਸਵਾਸ ਚੱਲ ਰਹੇ ਨੇ, ਇੱਕ ਵੀ ਸਵਾਸ ਬਾਕੀ ਹੈ, ਤਾਂ ਵੀ ਅਜੇ ਵੀ ਉਮੀਦ ਹੈ ਕਿ ਰੱਬ ਦੇ ਦਰ ਬਖਸ਼ਿਆ ਜਾ ਸਕਦਾ ਹੈ। ਕਿਤੇ ਜੁੜ ਕੇ ਉਸ ਰੱਬ ਨੂੰ ਜਪ ਲਵੇ, ਆਖਰੀ ਸਵਾਸ ਵੀ ਹੋ ਸਕਦਾ ਤੂੰ ਬਖਸ਼ਿਆ ਜਾਵੇਂ। ਇਹ ਆਪਾਂ ਜਿਹੜਾ ਰੋਜ਼ ਰੋਜ਼ ਅਭਿਆਸ ਕਰਨਾ ਹੈ, ਇਸੇ ਕਰਕੇ ਕਿਤੇ ਸਾਡਾ ਮਨ ਜੁੜ ਜਾਵੇ। ਕਿਉਂਕਿ ਜਿਹੜੀ ਚੀਜ਼ ਆਪਾਂ ਅਭਿਆਸ ਕੀਤਾ ਹੋਵੇ ਨਾ, ਉਹ ਜਦੋਂ ਲੋੜ ਪੈਂਦੀ ਬੰਦਾ ਫਿਰ ਉਹ ਵਰਤ ਲੈਂਦਾ ਹੈ। ਜੋ ਵੀ ਤੁਸੀਂ ਘਰ ਵਿੱਚ ਸਮਾਨ ਲਿਆਂਦਾ ਹੈ ਮਿਹਨਤ ਕਰਕੇ, ਅੱਜ ਉਹਦੀ ਲੋੜ ਨਹੀਂ ਹੈ, ਪਰ ਕੋਈ ਸਮਾਂ ਐਸਾ ਆ ਗਿਆ ਤੇ ਯਾਦ ਆ ਜਾਂਦਾ, ਹਾਂ ਉਹ ਸਮਾਨ ਘਰ ਵਿੱਚ ਪਿਆ ਹੋਇਆ ਹੈ, ਆਪਾਂ ਨੂੰ ਬਾਹਰ ਜਾਣ ਦੀ ਕੀ ਲੋੜ ਪਈ ਹੈ, ਆਪਾਂ ਤੋਂ ਇੰਨਾ ਸਮਾਂ ਪਹਿਲਾਂ ਚੀਜ਼ ਲਿਆ ਕੇ ਰੱਖੀ ਸੀ, ਵਰਤ ਲਓ, ਤੇ ਆਪਾਂ ਵਰਤ ਲੈਂਦੇ ਹਾਂ। ਇਸੇ ਤਰ੍ਹਾਂ ਇਹ ਨਾਮ ਜਪਿਆ, ਬਾਣੀ ਪੜ੍ਹੀ, ਜਦੋਂ ਉਹ ਸਮਾਂ ਆਵੇਗਾ ਤੇ ਉਸ ਸਮੇਂ ਫਿਰ ਉਸੇ ਵੇਲੇ ਚੇਤਾ ਆ ਜਾਏਗਾ, ਮੈਂ ਨਾਮ ਜਪਿਆ, ਬਾਣੀ ਵੱਲ ਧਿਆਨ ਚਲਾ ਜਾਵੇਗਾ ਨਾ, ਬਸ ਉਹ ਕਿਰਪਾ ਹੋ ਜਾਵੇਗੀ, ਜੀਵ ਦਾ ਛੁਟਕਾਰਾ ਹੋ ਜਾਵੇਗਾ। ਤਾਂ ਹੀ ਕਿ ਰੋਜ਼ ਰੋਜ਼ ਨਾਮ ਜਪੋ। ਆਪਾਂ ਪੈਸਾ ਕਮਾਉਂਦੇ ਹਾਂ, ਬੈਂਕ ਵਿੱਚ ਕਿਉਂ ਰੱਖਦੇ ਹਾਂ? ਨਹੀਂ ਤੇ ਰੋਜ਼ ਦੀ ਇੰਨੀ ਲੋੜ ਨਹੀਂ ਹੈ ਪੈਸੇ ਦੀ, ਪਰ ਆਪਾਂ ਰੱਖਦੇ ਹਾਂ, ਔਖੇ ਟਾਈਮ ਕੰਮ ਆਵੇਗਾ। ਬਾਕੀਆਂ ਜਦੋਂ ਕੋਈ ਔਖਾ ਟਾਈਮ ਬਣ ਜਾਂਦਾ ਬੰਦੇ 'ਤੇ, ਬੰਦਾ ਕੀ ਕਰਦਾ ਹੈ? ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਹੈ, ਜਾ ਕੇ ਬੈਂਕ ਦੇ ਵਿੱਚੋਂ ਆਪਣਾ ਪੈਸਾ ਕਢਾ ਲਿਆਉਂਦਾ ਹੈ। ਅਤੇ ਜੇ ਨਾ ਪੱਲੇ ਹੋਵੇ, ਔਖੇ ਟਾਈਮ ਵਿੱਚ ਤੁਸੀਂ ਕਿਸੇ ਦੀਆਂ ਵੀ ਜਾ ਕੇ ਮਿੰਨਤਾਂ ਕਰੋ, ਅਗਲਾ ਹੱਥ ਜੋੜ ਦਿੰਦਾ ਵੀ ਭਰਾਵਾ ਮੇਰੇ ਕੋਲ ਨਹੀਂ, ਮੇਰੇ ਕੋਲ ਤਾਂ ਆਪਣੇ ਜੋਗਾ ਹੀ ਹੈ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ, ਭਾਈ ਨਾਮ ਜਪੋਗੇ ਨਾ, ਔਖੇ ਟਾਈਮ ਜੇ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ, ਪਰ ਜੇ ਨਾਮ ਜਪਿਆ ਹੋਏਗਾ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ। ਗੁਰੂ ਦੀ ਮੱਤ ਲੈ ਕੇ ਨਾਮ ਜਪੋਗੇ, ਤੁਹਾਡੇ ਕੋਲ ਧਨ ਹੋਵੇਗਾ। ਮਹਾਰਾਜ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਕਿ ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਊਆ ਸੰਗ ਤੋਸਾ। ਵਾਹਿਗੁਰੂ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਆ ਨਾਮ ਤੇਰੇ ਸੰਗ ਸਹਾਈ। ਜਿੱਥੇ ਕੋਈ ਸਹਾਇਤਾ ਨਹੀਂ ਕਰਦਾ, ਉੱਥੇ ਧਨ ਸਹਾਇਤਾ ਕਰਦਾ ਨਾ।
ਆਪਾਂ ਅੱਜ ਵੇਖਦੇ ਹਾਂ ਦੁਨਿਆਵੀ ਧਨ ਨਾ ਕੋਲ ਹੋਵੇ, ਬੱਚੇ ਵੀ ਨਹੀਂ ਸੰਭਾਲਦੇ, ਅਤੇ ਪਤਾ ਵੀ ਬਾਪੂ ਦੀ ਪੈਨਸ਼ਨ ਆਉਂਦੀ ਹੈ ਨਾ ਵੀ 25-30 ਹਜ਼ਾਰ ਤੇ ਲੋਕ ਚੁੱਕੀ ਫਿਰਦੇ ਨੇ, ਗੋਡੇ ਵੀ ਕੁੱਟਣਗੇ, ਜੀ ਕਰਦੇ ਫਿਰਨਗੇ, ਰਿਸ਼ਤੇਦਾਰ ਵੀ ਕਹਿਣਗੇ ਆਓ ਜੀ, ਕਿਉਂਕਿ ਪਤਾ ਵੀ ਇਹ ਬਜ਼ੁਰਗ, ਇਹਦੀ ਇੰਨੀ ਪੈਨਸ਼ਨ, ਇਹਦੇ ਕੋਲ ਇੰਨੀ ਪ੍ਰਾਪਰਟੀ ਹੈ, ਪੱਲੇ ਕੁਝ ਨਾ ਹੋਵੇ ਅਤੇ ਆਪਣੇ ਜੰਮੇ ਹੋਏ ਬੱਚੇ ਵੀ ਨਹੀਂ ਪਛਾਣਦੇ। ਇਸੇ ਤਰ੍ਹਾਂ ਗੁਰਮੁਖੋ, ਜੇਕਰ ਨਾਮ ਧਨ ਕੋਲ ਹੈ, ਇੱਥੇ ਵੀ ਸੋਭਾ ਔਰ ਅੱਗੇ ਵੀ ਸੋਭਾ ਸੁੱਖ। ਤੋ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਇਹ ਵੇਲਾ ਨਾ ਲੈਸੈ ਮੂੜੇ, ਫਿਰ ਤੂੰ ਜਮ ਕੇ ਵਸ ਪਿਆ। ਜੇਕਰ ਇਹ ਵੇਲਾ ਨਾ ਸੰਭਾਲਿਆ, ਹੁਣ ਨਾਮ ਨਾ ਜਪਿਆ, ਫਿਰ ਜਮਾਂ ਦੇ ਵਸ ਪੈ ਜਾਵੇਂਗਾ, ਫਿਰ ਤੈਨੂੰ ਕੋਈ ਨਹੀਂ ਛਡਾ ਸਕੇਗਾ। ਇਸ ਕਰਕੇ ਹੁਣ ਸਮਾਂ ਹੈ, ਇਸ ਸਮੇਂ ਨੂੰ ਸੰਭਾਲਣਾ ਕਰ, ਵਾਹਿਗੁਰੂ ਦਾ ਨਾਮ ਜਪ। ਜਿੰਨਾ ਵੀ ਸਮਾਂ ਹੋ ਸਕੇ, ਥੋੜ੍ਹੇ ਤੋਂ ਥੋੜ੍ਹਾ, ਵੱਧ ਤੋਂ ਵੱਧ ਜ਼ਰੂਰ ਨਾਮ ਦਾ ਅਭਿਆਸ ਕਰਨਾ ਚਾਹੀਦਾ। ਬਾਣੀ ਪੜ੍ਹੀਏ, ਸਤਿਗੁਰੂ ਮਿਹਰਾਮਦ ਕਰਨ, ਇਹ ਜੀਵਨ ਸਫਲ ਹੋ ਜਾਵੇ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।